ਸਤਿ ਸ੍ਰੀ ਅਕਾਲ। ਮੈਂ ਹਾਂ ਚੰਚਲ ਮਨੋਹਰ ਸਿੰਘ। ਤੁਸੀਂ ਦੇਖ ਰਹੇ ਹੋ ਅੰਮ੍ਰਿਤ ਪ੍ਰਸਾਰ। ਆਪ ਸਭ ਜੀ ਦਾ ਬਹੁਤ ਬਹੁਤ ਸਵਾਗਤ ਹੈ। ਚਰਚਾ ਕਰਾਂਗੇ ਰਾਹੁਲ ਗਾਂਧੀ ਦੇ ਮਾਨਹਾਨੀ ਕੇਸ ਵਿੱਚ ਹੋਈ ਜਿੱਤ ਅਤੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੀ ਹੋਈ ਹਾਰ। ਇਹ ਇੱਕ ਜੁਡੀਸ਼ੀਅਲ ਕੌਨਸਪੀਰੇਸੀ ਕਹੀ ਜਾ ਰਹੀ ਹੈ। ਅਸ਼ੋਕ ਵਾਨਖੇੜੇ ਜੋ ਕਿ ਗੁਜਰਾਤ ਦੇ ਹੀ ਰਹਿਣ ਵਾਲੇ ਹਨ, ਪਰ ਅੱਜ ਕੱਲ੍ਹ ਦਿੱਲੀ ਉਹ ਸੀਨੀਅਰ ਜਰਨਲਿਸਟ ਹਨ ਅਤੇ ਵੱਖ-ਵੱਖ ਨੈਸ਼ਨਲ ਜੋ ਸੋਸ਼ਲ ਮੀਡੀਆ ਦੇ ਪੈਨਲ ਹਨ ਉਹਨਾਂ ਉੱਪਰ ਉਹਨਾਂ ਨੂੰ ਬੜੇ ਸਤਿਕਾਰ ਪੱਤਰਕਾਰ ਦੇ ਤੌਰ 'ਤੇ ਡਿਸਕਸ਼ਨਾਂ ਵਿੱਚ ਹਿੱਸਾ ਲੈਣ ਲਈ ਬੁਲਾਇਆ ਜਾਂਦਾ। ਇਹ ਬੜੇ ਬੇਬਾਕ ਹਨ ਅਤੇ ਇਹਨਾਂ ਨੇ ਜੋ ਇਹ ਟਿੱਪਣੀ ਕੀਤੀ ਹੈ ਕਿ ਇਹ ਜੁਡੀਸ਼ੀਅਲ ਕੌਨਸਪੀਰੇਸੀ ਸੀ ਰਾਹੁਲ ਗਾਂਧੀ ਦੇ ਅਗੇਂਸਟ ਅਤੇ ਇਹ ਕੌਨਸਪੀਰੇਸੀ ਐਕਸਪੋਜ਼ ਹੋ ਗਈ ਹੈ। ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਕੇਸ ਹੈ ਇਹਦਾ ਸਬੰਧ 2019 ਦੀਆਂ ਜੋ ਕਰਨਾਟਕਾ ਵਿੱਚ ਚੋਣਾਂ ਹੋ ਰਹੀਆਂ ਸੀ, ਉਹਨਾਂ ਚੋਣਾਂ ਵਿੱਚ ਕੋਲਾਰ ਸ਼ਹਿਰ ਦੇ ਵਿੱਚ 13 ਅਪ੍ਰੈਲ 2019 ਨੂੰ ਇਹ ਜੋ ਮੋਦੀਆਂ ਦੇ ਸਰ ਨਾਂ ਉੱਪਰ ਜੋ ਉਹਨਾਂ ਨੇ ਆਪਣੇ ਵਿਚਾਰ ਪ੍ਰਗਟਾਏ ਸੀ, ਉਸ ਦਾ ਨੋਟਿਸ ਜਾ ਕੇ ਸੂਰਤ ਦੇ ਯਾਨੀ ਗੁਜਰਾਤ ਦੇ ਬੀਜੇਪੀ ਦੇ MLA ਪ੍ਰਨੇਸ਼ ਮੋਦੀ ਨੇ ਇੱਕ ਮਾਨਹਾਨੀ ਦਾ ਕੇਸ ਕਰਕੇ ਲਿਆ ਔਰ ਉਹ ਕੇਸ ਜੋ ਇੰਨਾ ਲੰਬਾ ਚੱਲਿਆ ਉਹਦਾ ਕੁਝ ਕਾਰਨ ਇਹ ਵੀ ਸੀ ਕਿ ਇਸ ਨੂੰ ਹਾਈ ਕੋਰਟ ਵਿੱਚ ਪਟੀਸ਼ਨ ਕਰਕੇ ਪੈਂਡਿੰਗ ਕਰਾ ਦਿੱਤਾ ਗਿਆ ਅਤੇ ਇਹ 1 ਸਾਲ ਤੋਂ ਉੱਪਰ ਤੱਕ ਇਹ ਪੈਂਡਿੰਗ ਰਿਹਾ ਕਿਉਂਕਿ ਉਸ ਸਮੇਂ ਬੀਜੇਪੀ ਨੂੰ ਇਸ ਕੇਸ ਦੀ ਹਲੇ ਲੋੜ ਨਹੀਂ ਸੀ। ਤੁਸੀਂ ਇਸ ਗੱਲ ਨੂੰ ਇਹ ਦੇਖੋ ਕਿ ਰਾਹੁਲ ਗਾਂਧੀ ਨੇ ਕਿਹਾ ਕੀ ਸੀ। ਲਲਿਤ ਮੋਦੀ ਅਤੇ ਨਰਵ ਮੋਦੀ ਦੋਨੋਂ ਦੇਸ਼ ਵਿੱਚੋਂ ਬੈਂਕਾਂ ਦੇ ਨਾਲ ਫਰਾਡ ਕਰਕੇ ਕਈ ਹਜ਼ਾਰ ਕਰੋੜ ਰੁਪਏ ਦੇ ਵਿਦੇਸ਼ਾਂ ਵਿੱਚ ਭੱਜੇ ਹੋਏ ਹਨ ਅਤੇ ਇਹ ਹੈ ਵੀ ਗੁਜਰਾਤ ਤੋਂ ਹਨ, ਪਰ ਇਹਨਾਂ ਨੂੰ ਵਾਪਸ ਕੰਟਰੀ 'ਚ ਲਿਆਉਣ ਲਈ ਕਿੰਨੇ ਸਾਲ ਹੋ ਗਏ ਕਿ ਇਹ 2014 ਤੋਂ ਪਹਿਲੇ ਦੇ ਕੇਸ ਹਨ ਅਤੇ 2023 ਆ ਗਿਆ ਹੈ, ਪਰ ਉਹਨਾਂ ਨੂੰ ਹਲੇ ਤੱਕ ਭਾਰਤੀ ਜਨਤਾ ਪਾਰਟੀ ਨੇ ਵਾਪਸ ਨਹੀਂ ਲਿਆਂਦਾ। ਅਤੇ ਉਹਨਾਂ ਦੀ ਸਟੇਟਮੈਂਟ ਕੀ ਸੀ? ਰਾਹੁਲ ਗਾਂਧੀ ਨੇ ਕਿਹਾ ਇਹ ਕਿਵੇਂ ਹੈ ਕਿ ਮੋਦੀ ਜਿਹੜੇ ਇਹ ਚੋਰ ਕਰਨੇ ਵਾਲੇ ਮੋਦੀ ਹੀ ਹਨ। ਹੋ ਆਲ ਥੀਵਸ ਹੈਵ ਮੋਦੀ ਐਜ਼ ਦੀ ਕਾਮਨ ਸਰਨੇਮ। ਸੋ ਇਸ ਉੱਪਰ ਜੋ ਮੁਕੱਦਮਾ ਕੀਤਾ ਗਿਆ, ਸੁਪਰੀਮ ਕੋਰਟ ਦੇ 3 ਜੱਜਾਂ ਦੇ ਬੈਂਚ ਨੇ, ਜਿਹਦੇ ਵਿੱਚ ਜਸਟਿਸ BR ਗਵਈ, ਜਸਟਿਸ PS ਨਰਸਿਮਹਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਦਾ ਯੂਨਾਨੀਮਸਲੀ ਫੈਸਲਾ ਹੈ। ਸਰਬਸੰਮਤੀ ਨਾਲ ਉਹਨਾਂ ਨੇ ਇਸ ਮਾਨਹਾਨੀ ਦੇ ਕੇਸ ਦੀ ਜੋ ਸਜ਼ਾ ਹੈ ਉਸ ਨੂੰ ਰੋਕ ਦਿੱਤਾ, ਉਸ 'ਤੇ ਪਾਬੰਦੀ ਲਗਾ ਦਿੱਤੀ ਹੈ, ਜਿਸ ਨਾਲ ਕਿ ਬਹੁਤ ਵੱਡਾ ਰਿਲੀਫ ਮਿਲਿਆ ਰਾਹੁਲ ਗਾਂਧੀ ਨੂੰ ਅਤੇ ਕਾਂਗਰਸ ਨੂੰ। ਤੁਸੀਂ ਦੇਖਿਆ ਹੀ ਹੋਣਾ ਚੈਨਲਾਂ 'ਤੇ ਸੋਸ਼ਲ ਮੀਡੀਆ 'ਚ ਕਿ ਕਿਵੇਂ ਕਾਂਗਰਸ ਦੇ ਹੈੱਡਕੁਆਟਰ 'ਤੇ ਸੈਲੀਬ੍ਰੇਸ਼ਨ ਹੋਈਆਂ, ਲੱਡੂ ਖਾਧੇ ਗਏ, ਨੱਚਿਆ ਗਿਆ ਔਰ ਇਸ ਦੀ ਜੋ ਸਟੇਟਮੈਂਟ ਕੱਲ੍ਹ ਦਿੱਤੀ ਰਾਹੁਲ ਗਾਂਧੀ ਨੇ, ਬੜੀ ਛੋਟੀ ਜਿਹੀ ਸਟੇਟਮੈਂਟ ਦਿੱਤੀ ਉਹਨੇ। ਉਸਨੇ ਕਿਹਾ ਕਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ। ਦੂਜੀ ਗੱਲ ਉਹਨਾਂ ਨੇ ਕਹੀ ਕਿ ਮੈਂ ਜੋ ਮੁਝੇ ਕਰਨਾ ਹੈ वो मैं करता रहूँगा। और तीसरा उन्होंने कहा कि मैं
ਸਾਰੇ ਦੇਸ਼ ਵਾਸੀਆਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਵੱਲੋਂ ਮੈਨੂੰ ਇੰਨੀ ਸਪੋਰਟ ਮਿਲ ਰਹੀ ਹੈ। ਸੋ ਇੰਨੀ ਬਰੀਫ, ਇੰਨੀ ਛੋਟੀ ਸਟੇਟਮੈਂਟ ਉਹਨਾਂ ਨੇ ਦਿੱਤੀ ਔਰ ਉਹਨਾਂ ਨੇ ਕਿਸੇ ਨੂੰ ਅਜਿਹਾ ਮੌਕਾ ਹੀ ਨਹੀਂ ਦਿੱਤਾ ਕਿ ਉਹ ਉਹਨਾਂ ਦੀ ਸਟੇਟਮੈਂਟ ਵਿੱਚੋਂ ਕੁਝ ਖਿੱਚ ਧੂ ਕੇ ਤੇ ਉਸ ਨੂੰ ਵਿਗਾੜ ਕੇ ਉਹਨਾਂ ਉੱਪਰ ਵਾਪਸੀ ਹਮਲਾ ਕਰੇ। ਔਰ ਇਸ ਜੱਜਮੈਂਟ ਨੇ ਜਿੱਥੇ ਸਾਰੇ ਮੁਲਕ ਵਿੱਚ ਇੱਕ ਖੁਸ਼ੀ ਦੀ ਲਹਿਰ ਦੇਖਣ 'ਚ ਮਿਲੀ ਹੈ, ਚਾਹੇ ਕੋਈ ਕਾਂਗਰਸ ਦਾ ਮੈਂਬਰ ਹੈ ਜਾਂ ਨਹੀਂ, ਉਹਦਾ ਕਾਰਨ ਇਹ ਹੈ ਕਿ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਪ੍ਰਤੀ ਦੇਸ਼ ਦੀ ਬਹੁਤ ਵੱਡੀ ਗਿਣਤੀ, ਯਾਨੀ ਜਨਤਾ ਜਿਹੜੀ ਦੇਸ਼ ਦੀ ਹੈ, ਹਰ ਪ੍ਰਾਂਤ ਵਿੱਚ ਇੰਨੀ ਵੱਡੀ ਗਿਣਤੀ ਜੋ ਬੀਜੇਪੀ ਨੇ ਪਿਛਲੇ 9 ਸਾਲ 'ਚ ਦੇਸ਼ ਵਿੱਚ ਗਲਤ ਕੰਮ ਕੀਤੇ, ਗਲਤ ਉਹਨਾਂ ਨੇ ਪਰੰਪਰਾਵਾਂ ਚਲਾਈਆਂ ਔਰ ਡੈਮੋਕ੍ਰੇਸੀ ਨੂੰ ਡੈਮੇਜ ਕੀਤਾ ਹੈ ਔਰ ਜਿਹੜੀਆਂ ਸੰਵਿਧਾਨਿਕ ਸੰਸਥਾਵਾਂ ਉਹਨਾਂ 'ਤੇ ਵੀ ਲਗਾਮ ਪਾਈ ਹੈ। ਔਰ ਮੋਦੀ ਨੇ ਅਜਿਹੇ ਢੰਗ ਨਾਲ ਮੀਡੀਆ ਨੂੰ ਕੰਟਰੋਲ ਕੀਤਾ ਕਿ ਮੀਡੀਆ ਬਾਰੇ ਦੋ ਵਿਸ਼ੇਸ਼ਣ ਲਗਾਏ ਜਾਂਦੇ ਹਨ। ਇੱਕ ਤਾਂ ਰਵੀਸ਼ ਕੁਮਾਰ ਨੇ ਇਹਨਾਂ ਨੂੰ ਗੋਦੀ ਮੀਡੀਆ ਕਿਹਾ, ਪਰ ਹੁਣ ਉਹ ਗੱਲ ਉਸ ਤੋਂ ਵੀ ਅੱਗੇ ਵੱਧ ਗਈ ਹੈ। ਹੁਣ ਤੋਂ ਇਹ ਕਹਿਣ ਲੱਗ ਗਏ ਕਈ ਪੈਨਲਾਂ 'ਤੇ ਕਿ ਇਹ ਸਪਾਰੀ ਮੀਡੀਆ। ਤੁਹਾਨੂੰ ਪਤਾ ਹੈ ਵੀ ਸਪਾਰੀ ਜਿਹੜੀ ਹੁੰਦੀ ਹੈ, ਕਈ ਲੋਕ ਕਤਲ ਕਰਾਉਣ ਲਈ, ਜਿਹਨੇ ਕਤਲ ਕਰਨਾ ਹੁੰਦਾ ਉਹਨੂੰ ਪੈਸੇ ਦਿੰਦੇ ਤਾਂ ਉਹ ਉਸ ਨੂੰ ਕਹਿੰਦੇ ਨੇ ਕਿ ਸਪਾਰੀ। ਸੋ ਇਹ ਜੋ ਸਾਰਾ ਜਗਾੜ ਇਕੱਠਾ ਕੀਤਾ ਬੀਜੇਪੀ ਨੇ, ਉਹਦਾ ਇੱਕੋ ਹੀ ਮੰਤਵ ਸੀ ਕਿ ਰਾਹੁਲ ਗਾਂਧੀ ਨੂੰ ਪੋਲੀਟੀਕਲ ਸੀਨ ਤੋਂ ਬਾਹਰ ਕਿਵੇਂ ਰੱਖਿਆ ਜਾਏ। ਪਹਿਲੇ ਪਾਰਲੀਮੈਂਟ 'ਚੋਂ ਬਾਹਰ ਕੱਢਿਆ ਗਿਆ ਕਿਉਂਕਿ ਉਹ ਅਜਿਹੇ ਸਵਾਲ ਕਰਦੇ ਸਨ ਜਿਨ੍ਹਾਂ ਸਵਾਲਾਂ ਦਾ ਜਵਾਬ ਪਾਰਲੀਮੈਂਟ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੋਲ ਨਹੀਂ ਸੀ। ਉਹਨਾਂ ਨੇ ਗੌਤਮ ਅਦਾਨੀ ਨਾਲ ਜਿਹੜੀ ਉਹਨਾਂ ਦੀ ਨੇੜਤਾ, ਜਿਹੜਾ ਉਹਨਾਂ ਦਾ ਨਿੱਘਾ ਰਿਸ਼ਤਾ, ਉਹਨਾਂ ਦੀ ਦੋਸਤੀ ਹੈ, ਉਹਨਾਂ ਨੇ ਇਹ ਪੁੱਛਿਆ ਕਿ ਜਿਹੜਾ 20 ਕਰੋੜ ਰੁਪਏ ਦੀ ਬਾਹਰੋਂ ਇਨਵੈਸਟਮੈਂਟ ਆਈ ਹੈ ਬੇਨਾਮੀ ਕੰਪਨੀਆਂ ਤੋਂ, ਉਹ ਰੁਪਈਆ ਕਿੱਦਾਂ, ਇਸ ਦਾ ਹਿਸਾਬ ਦੇ ਔਰ ਮੋਦੀ ਜੀ ਇਸ ਦਾ ਜਵਾਬ ਦੇਣ। ਔਰ ਕਿਉਂਕਿ ਮੋਦੀ ਜੀ ਨੇ ਆਪਣੀਆਂ 2014 ਦੀ ਇਲੈਕਸ਼ਨ ਵਿੱਚ ਜਿਹੜਾ ਹਵਾਈ ਜਹਾਜ਼ ਵਰਤਿਆ ਸੀ ਉਹ ਗੌਤਮ ਅਦਾਨੀ ਦਾ ਸੀ। ਉਸ ਦੇ ਹਵਾਈ ਜਹਾਜ਼ ਰਾਹੀਂ ਉਹਨਾਂ ਨੇ ਸਾਰੀ ਆਪਣੇ ਮੁਲਕ ਵਿੱਚ ਕੰਪੇਨ ਕੀਤੀ ਸੀ ਔਰ ਉਹ ਉਹਨਾਂ ਨੂੰ ਆਪਣੇ ਨਾਲ ਜਿੰਨੀਆਂ ਵੀ ਉਹਨਾਂ ਦੀਆਂ ਫਾਰਨ ਵਿਜ਼ਿਟਸ ਹੁੰਦੀਆਂ ਸੀ, ਉਹਨਾਂ ਵਿੱਚ ਬਹੁਤੀਆਂ ਵਿੱਚ ਜਿੱਥੇ ਕਿ ਉਹ ਬਿਜ਼ਨਸ ਕਰਨਾ ਚਾਹੁੰਦੇ ਸੀ, ਜਿਵੇਂ ਸ੍ਰੀਲੰਕਾ, ਜਰਮਨੀ 'ਚ ਅਤੇ ਹੋਰ ਕਈ ਦੇਸ਼ਾਂ 'ਚ, ਅਮਰੀਕਾ 'ਚ, ਉਹਨਾਂ ਨੂੰ ਨਾਲ ਲੈ ਜਾਂਦੇ ਸੀ ਗੌਤਮ ਅਦਾਨੀ ਜੀ ਨੂੰ ਔਰ ਉਹਨਾਂ ਦੀ ਕਈ ਜਗ੍ਹਾ ਸਿਫਾਰਿਸ਼ ਵੀ ਪਾ ਦਿੰਦੇ ਸੀ ਕਿ ਇਹਨਾਂ ਨਾਲ ਵਪਾਰਕ ਸੰਬੰਧ ਬਣਾਏ ਜਾਣ। ਸੋ ਰਾਹੁਲ ਗਾਂਧੀ ਨੇ ਉਹਨਾਂ ਦੀ ਅਜਿਹੀ ਨਰਮ 'ਤੇ ਹੱਥ ਰੱਖਿਆ ਜਿਹੜਾ ਉਹਨਾਂ ਤੋਂ ਬਰਦਾਸ਼ਤ ਨਹੀਂ ਹੋਇਆ। ਗਿੰਜ਼ਬਰਗ ਦੀ ਰਿਪੋਰਟ ਵਿੱਚ ਵੀ ਜੋ ਕੁਝ ਗੌਤਮ ਅਦਾਨੀ ਦੇ ਬਿਜ਼ਨਸ ਬਾਰੇ, ਉਹਦੇ ਵਪਾਰਕ ਕਰਨ ਦੇ ਤਰੀਕਿਆਂ ਬਾਰੇ ਜੋ ਉਹਨਾਂ ਨੇ ਲੱਭਤਾਂ ਪੇਸ਼ ਕੀਤੀਆਂ, ਉਹਨਾਂ ਨੂੰ ਗਿੰਜ਼ਬਰਗ ਰਿਪੋਰਟ ਵਿੱਚ ਕਿਸੇ ਹੱਦ ਤੱਕ ਗੈਰ ਕਾਨੂੰਨੀ ਵੀ ਕਿਹਾ ਅਤੇ ਉਸ ਕਰਕੇ ਉਹਨਾਂ ਨੇ ਕਈ ਵਿਦੇਸ਼ੀ ਬੈਂਕਾਂ ਨੇ ਇਸ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੇ ਵਿਰੁੱਧ ਜੋ ਲੋਨ ਬੰਦ ਕਰ ਦਿੱਤੇ ਔਰ ਇਸ ਦੀਆਂ ਕੰਪਨੀਆਂ ਨਾਲ ਵਪਾਰ ਵੀ ਬੰਦ ਕਰਤਾ। ਸੋ ਅਜਿਹੀ ਸਥਿਤੀ ਨੂੰ ਬਰਦਾਸ਼ਤ ਨਹੀਂ ਕਰ ਸਕੇ ਮੋਦੀ ਸਾਹਿਬ, ਤੇ ਮੋਦੀ ਜੀ ਨੇ ਫਿਰ ਇਹ ਜੋ ਕਚਹਿਰੀ ਦਾ ਛੜਯੰਤਰ ਚਲਾਇਆ, 2019 ਵਾਲਾ ਕੇਸ ਜੋ ਪੈਂਡਿੰਗ ਪਿਆ ਸੀ ਪਿਛਲੇ 1.5 ਸਾਲ ਤੋਂ, ਉਸ ਨੂੰ ਮੁੜ ਕੋਰਟ ਵਿੱਚ ਐਪਲੀਕੇਸ਼ਨ ਦੇ ਕੇ ਸੁਰਜੀਤ ਕਰਾਇਆ ਤੇ ਕੇਸ ਦੁਬਾਰਾ ਸੂਰਤ ਦੀ ਕੋਰਟ ਵਿੱਚ ਚੱਲ ਪਿਆ ਔਰ ਉਸ ਕੋਰਟ ਨੇ 1 ਮਹੀਨੇ ਦੇ ਅੰਦਰ ਅੰਦਰ
ਰਾਹੁਲ ਗਾਂਧੀ ਨੂੰ ਕਨਵਿਕਟ ਕਰਤਾ ਮਾਨਹਾਨੀ ਕੇਸ, ਯਾਨੀ IPC 499, ਉਹਦੇ ਵਿੱਚ ਮੈਕਸੀਮਮ ਸਜ਼ਾ ਜੋ ਹੁੰਦੀ ਹੈ ਵੱਧ ਤੋਂ ਵੱਧ ਉਹ 2 ਸਾਲ ਹੈ। ਉਹ ਇਸ ਕਰਕੇ ਦਿੱਤੀ ਗਈ ਉਸ ਨੂੰ ਕਿ ਉਸ ਨੂੰ ਪਾਰਲੀਮੈਂਟ ਵਿੱਚੋਂ ਉਹਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਜਾ ਸਕੇ। ਤੋ ਜਿਉਂ ਹੀ ਇਹ ਫੈਸਲਾ ਸੂਰਤ ਦੀ ਕੋਰਟ ਦਾ ਆਇਆ ਤਾਂ ਬੜੀ ਤੇਜ਼ੀ ਨਾਲ 24 ਘੰਟੇ ਦੇ ਵਿੱਚ ਉਹਨਾਂ ਦੀ ਪਾਰਲੀਮੈਂਟ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਅਤੇ ਕੁਝ ਦਿਨਾਂ ਵਿੱਚ ਹੀ ਉਹਨਾਂ ਕੋਲ ਜਿਹੜਾ ਐਜ਼ ਏ MP ਉਹਨਾਂ ਕੋਲ ਪਿਛਲੇ ਕਈ ਸਾਲਾਂ ਤੋਂ ਮਕਾਨ ਸੀ, ਕਿਉਂਕਿ ਉਹ ਕਾਫੀ ਲੰਮੇ ਸਮੇਂ ਤੋਂ 15 ਸਾਲ ਤੋਂ 20 ਸਾਲ ਤੋਂ ਉਹ ਮੈਂਬਰ ਪਾਰਲੀਮੈਂਟ ਹਨ, ਉਸ ਨੂੰ ਵੀ ਤੁਰੰਤ ਹੀ ਖਾਲੀ ਕਰਾ ਲਿਆ। ਔਰ ਬੜੀ ਗ੍ਰੇਸਫੁਲੀ ਰਾਹੁਲ ਗਾਂਧੀ ਨੇ ਕੋਰਟਾਂ ਵਿੱਚ ਜਾਣ ਦੀ ਬਜਾਏ 24 ਘੰਟੇ ਦੇ ਅੰਦਰ ਅੰਦਰ ਉਹ ਮਕਾਨ ਖਾਲੀ ਕਰਤਾ ਔਰ ਉਹ ਆਪਣੀ ਮਾਤਾ ਸੋਨੀਆ ਗਾਂਧੀ ਦੇ ਘਰ ਵਿੱਚ ਸ਼ਿਫਟ ਕਰ ਗਏ। ਸੋ ਇਹ ਜੋ ਸਾਰੀ ਕਹਾਣੀ ਹੈ ਇਹਦੇ ਵਿੱਚ ਜੋ ਇੱਕ ਟਿੱਪਣੀ ਬੜੀ ਇੰਪੋਰਟੈਂਟ ਹੈ ਉਹ ਤੁਹਾਨੂੰ ਸਾਰਿਆਂ ਨੂੰ ਬੜੇ ਧਿਆਨ ਨਾਲ ਸੁਣਨੀ ਚਾਹੀਦੀ ਹੈ ਕਿ ਜਸਟਿਸ ਗਵਈ ਨੇ ਇਹ ਟਿੱਪਣੀ ਕੀਤੀ ਹੈ ਕਿ ਇੰਨੀ ਲੰਬੀ ਸਜ਼ਾ ਦੇਣ ਦੀ 2 ਸਾਲ ਦਾ ਕਾਰਨ ਕੀ ਹੈ। ਇਹ ਨਾ ਤਾਂ ਸੂਰਤ ਦੀ ਕੋਰਟ ਨੇ ਆਪਣੇ ਆਰਡਰ ਵਿੱਚ ਲਿਖਿਆ, ਨਾ ਹੀ ਸੈਸ਼ਨ ਜੱਜ ਨੇ ਲਿਖਿਆ ਅਤੇ ਨਾ ਹੀ ਗੁਜਰਾਤ ਦੇ ਹਾਈ ਕੋਰਟ ਦੇ ਜੱਜ ਨੇ ਇਸ ਨੂੰ ਐਕਸਪਲੇਨ ਕੀਤਾ ਕਿ 2 ਸਾਲ ਦੀ ਸਜ਼ਾ ਕਿਉਂ ਜ਼ਰੂਰੀ ਹੈ। ਔਰ ਇਹ ਨਾ ਐਕਸਪਲੇਨ ਕਰਨਾ ਆਪਣੇ ਆਪ ਵਿੱਚ ਇਹ ਦੱਸਦਾ ਹੈ ਕਿ ਇਹ ਜਿਹੜੀਆਂ ਆਰਡਰ ਸੀਗੇ ਸਾਰੇ ਇਹ ਮੱਖੀ ਤੇ ਮੱਖੀ ਮਾਰੀ ਗਈ ਸੀ, ਇਹਦੇ ਵਿੱਚ ਕੋਈ ਬਹੁਤਾ ਮਾਈਂਡ ਨਹੀਂ ਅਪਲਾਈ ਕੀਤਾ। ਹਾਈ ਕੋਰਟ ਨੇ ਤਾਂ 100 ਪੇਜ ਦਾ ਆਰਡਰ ਲਿਖ ਮਾਰਿਆ ਔਰ ਜਿਹੜਾ 100 ਪੇਜ ਦਾ ਆਰਡਰ ਹੈ ਉਹਦੇ ਵਿੱਚ ਇਹ ਲਿਖ ਦਿੱਤਾ ਕਿ ਰਾਹੁਲ ਗਾਂਧੀ ਤੇ ਕਈ ਹੋਰ ਕੋਰਟਾਂ ਵਿੱਚ ਮੁਕੱਦਮੇ ਜਿਹੜੇ ਚੱਲ ਰਹੇ, ਯਾਨੀ ਕਿ 10 ਮੁਕੱਦਮੇ ਹੋਰ ਚੱਲ ਰਹੇ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੁਕੱਦਮਾ ਕੋਰਟ 'ਚ ਚੱਲਣ ਨਾਲ ਤੁਸੀਂ ਅਪਰਾਧੀ ਨਹੀਂ ਹੋ ਜਾਂਦੇ ਜਦ ਤੱਕ ਕਿ ਤੁਹਾਨੂੰ ਕੋਰਟ ਅਪਰਾਧੀ ਘੋਸ਼ਿਤ ਨਹੀਂ ਕਰਦੀ, ਤੁਹਾਨੂੰ ਕਨਵਿਕਟ ਨਹੀਂ ਕਰਦੀ। ਤਾਂ ਹਾਈ ਕੋਰਟ ਨੇ ਜਿਹੜੇ ਕੇਸ ਚੱਲ ਰਹੇ ਨੇ ਉਹ ਸੱਚੇ ਨੇ ਕਿ ਝੂਠੇ ਨੇ ਉਹਨਾਂ ਦਾ ਵੀ ਉਹਨਾਂ ਨੇ ਨੋਟਿਸ ਲੈ ਕੇ ਆਪਣੇ ਆਰਡਰ ਵਿੱਚ ਲਿਖਿਆ ਕਿ ਇਸ ਕਰਕੇ ਤੁਹਾਡੀ ਜਿਹੜੀ ਕਨਵਿਕਸ਼ਨ ਹੈ ਉਹ ਸਹੀ ਹੈ ਅਤੇ ਸੂਰਤ ਕੋਰਟ ਦੇ ਆਰਡਰਾਂ ਨੂੰ ਉਹਨਾਂ ਨੇ ਜਸਟੀਫਾਈ ਕਰ ਦਿੱਤਾ ਔਰ 100 ਪੇਜ ਬਣਾ ਦਿੱਤੇ ਉਹਨਾਂ ਨੇ ਆਪਣੇ ਆਰਡਰ 'ਤੇ, ਜਿਹਦੇ ਉੱਪਰ ਜੋ ਟਿੱਪਣੀ ਜਸਟਿਸ ਗਵਈ ਨੇ ਕੀਤੀ ਕਿ ਤੁਸੀਂ ਕਿਸੇ ਨੂੰ ਮੈਕਸੀਮਮ ਸਜ਼ਾ ਦੇ ਰਹੇ ਹੋ। ਮਾਨਹਾਨੀ ਕੇਸ ਵਿੱਚ ਜੋ IPC 499 ਵਿੱਚ ਦਰਜ ਕੀਤਾ ਜਾਂਦਾ ਹੈ ਉਹਦੇ ਵਿੱਚ ਮੈਕਸੀਮਮ ਸਜ਼ਾ ਜਿਹੜੀ ਹੈ ਉਹ 2 ਸਾਲ ਹੈ ਔਰ ਉਹਦਾ ਤੁਸੀਂ ਕਾਰਨ ਨਹੀਂ ਦੱਸ ਰਹੇ ਕਿ ਤੁਸੀਂ ਕਿਉਂ ਮੈਕਸੀਮਮ ਸਜ਼ਾ ਦਿੱਤੀ ਹੈ ਰਾਹੁਲ ਗਾਂਧੀ ਨੂੰ। ਇਹ ਟਿੱਪਣੀ ਨੇ ਇਹਨਾਂ 3 ਕੋਰਟਾਂ ਦਾ, ਯਾਨੀ ਗੁਜਰਾਤ ਦੀ ਹਾਈ ਕੋਰਟ ਦਾ ਔਰ ਸੂਰਤ ਦੇ ਜਿਹੜੀ ਟਰਾਇਲ ਕੋਰਟ ਸੀ ਔਰ ਅਹਿਮਦਾਬਾਦ ਦਾ ਜਿਹੜਾ ਸੈਸ਼ਨ ਜੱਜ ਸੀ, ਉਹਨਾਂ 3 ਉੱਪਰ ਇੱਕ ਬੜੀ ਟਿੱਪਣੀ ਕੀਤੀ ਹੈ ਜਿਹਦੇ ਕਰਕੇ ਇਹਨਾਂ 3 ਕੋਰਟ ਦੇ ਜੱਜਾਂ ਉੱਪਰ ਲੋਕਾਂ ਵਿੱਚ ਜੋ ਚਰਚਾ ਹੋ ਰਿਹਾ ਹੈ ਉਹ ਬੜਾ ਨਿੰਦਣੀ ਢੰਗ ਨਾਲ ਗੱਲਬਾਤ ਚੱਲ ਰਹੀ ਹੈ। ਲੋਕੀ ਹੱਸ ਰਹੇ ਹਨ ਕਿ ਇਹਨਾਂ ਜੱਜਾਂ ਨੂੰ ਹੁਣ ਇਹ ਜਵਾਬ ਕੀ ਦੇਣਗੇ। ਸੁਪਰੀਮ ਕੋਰਟ ਦੀ ਇੱਕ ਹੋਰ ਟਿੱਪਣੀ ਬੜੀ ਮਹੱਤਵਪੂਰਨ ਹੈ। ਉਹ ਟਿੱਪਣੀ ਹੈ ਕਿ ਉਹਨਾਂ ਨੇ ਰਾਹੁਲ ਗਾਂਧੀ ਨੂੰ ਵੀ ਇਹ ਦੱਸਿਆ ਕਿ ਉਹਨਾਂ ਨੇ ਪਬਲਿਕ ਲਾਈਫ ਵਿੱਚ ਉਹਨਾਂ ਨੂੰ ਬੜਾ ਕੇਅਰਫੁਲ ਹੋਣਾ ਚਾਹੀਦਾ ਅਤੇ ਉਹਨਾਂ ਨੂੰ ਜਦੋਂ ਇਹ ਬਿਆਨ ਦਿੰਦੇ ਹਨ ਅਤੇ ਦੂਜੀਆਂ ਪਾਰਟੀਆਂ ਦੇ ਨੇਤਾਵਾਂ 'ਤੇ ਟਿੱਪਣੀ ਕਰਦੇ ਹਨ ਤਾਂ ਉਹਨਾਂ ਨੂੰ ਕਈ ਗੱਲਾਂ ਕਹਿਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਹ ਟਿੱਪਣੀ ਵੀ ਆਪਣੇ ਆਪ 'ਚ ਬੜੀ ਮਹੱਤਤਾ ਰੱਖਦੀ ਹੈ ਅਤੇ ਰਾਹੁਲ ਗਾਂਧੀ ਨੂੰ ਇਸ ਟਿੱਪਣੀ ਤੋਂ ਵੀ ਸੇਧ ਲੈਣੀ ਚਾਹੀਦੀ ਹੈ
ਕਿਉਂਕਿ ਹੁਣ ਸਾਰਾ ਦੇਸ਼ ਉਹਨਾਂ ਦੇ ਪਿੱਛੇ ਲੱਗਦਾ ਕਿ ਲੱਗ ਰਿਹਾ। ਜੇ ਸਾਰਾ ਦੇਸ਼ ਕਹਿਣਾ ਤਾਂ ਬੜੀ ਸਵੀਪਿੰਗ ਸਟੇਟਮੈਂਟ ਹੋਏਗੀ, ਪਰ ਮੈਂ ਇਹ ਕਹਿ ਸਕਦਾ ਕਿ ਉਹਨਾਂ ਨੂੰ ਦੇਸ਼ ਦੀ ਬਹੁਤ ਵੱਡੀ ਸੰਖਿਆ ਹੁਣ ਆਪਣਾ ਲੀਡਰ ਮੰਨਣ ਲੱਗ ਗਈ ਹੈ ਤੇ ਉਹਨਾਂ ਨੂੰ ਮੋਦੀ ਦਾ ਬਦਲ ਵੀ ਦੇਖਦੀ ਹੈ। ਉਹ ਤੇ ਚੋਣਾਂ 'ਚ ਫੈਸਲਾ ਹੋਏਗਾ ਕਿ ਕੀ ਉਸ ਦਾ ਬਦਲ ਹਨ ਜਾਂ ਨਹੀਂ। ਬੀਜੇਪੀ ਦੀ ਲੀਡਰਸ਼ਿਪ ਵਿੱਚ ਇੱਕ ਉਦਾਸੀ ਦੀ ਲਹਿਰ ਚੱਲ ਪਈ ਹੈ ਔਰ ਉਹਨਾਂ ਨੇ ਕੋਈ ਵੀ ਸਟੇਟਮੈਂਟ ਪ੍ਰਧਾਨ ਮੰਤਰੀ ਮੋਦੀ ਜੀ ਨੇ ਨਹੀਂ ਦਿੱਤੀ ਕਿ ਜੋ ਇਸ ਨੂੰ ਇੱਕ ਕਿਸਮ ਦਾ ਜੋ ਬਰੀ ਕੀਤਾ ਸੁਪਰੀਮ ਕੋਰਟ ਨੇ। ਔਰ ਇਸ ਦਾ ਅੰਦਾਜ਼ਾ ਤੁਸੀਂ ਇੱਥੇ ਲਗਾ ਸਕਦੇ ਹੋ ਕਿ ਅਮਿਤ ਮਾਲਵੀਆ ਜੋ ਕਿ ਭਾਜਪਾ ਦੇ ਸੂਚਨਾ ਅਤੇ ਟੈਕਨੋਲੋਜੀ ਸੈੱਲ ਦੇ ਹੈੱਡ ਹਨ, ਚੇਅਰਮੈਨ ਹਨ, ਉਹਨਾਂ ਨੇ ਟਵੀਟ ਕੀਤਾ ਹੈ ਕਿ ਹਲੇ ਬੜੇ ਹੋਰ ਕੇਸ ਪਏ ਹਨ, ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ। ਇਹ ਤੁਸੀਂ ਉਹਨਾਂ ਦੇ ਅੰਦਰ ਜੋ ਫਰਸਟ੍ਰੇਸ਼ਨ ਹੈ ਉਸ ਨੂੰ ਇਸ ਇੱਕ ਜਿਹੜਾ ਪ੍ਰਵਰਬ ਹੈ, ਇਹ ਪੰਜਾਬੀ ਵਿੱਚ ਵੀ ਹੈ, ਪੰਜਾਬ ਵਿੱਚ ਵੀ ਇਹ ਬੜਾ ਪਪੂਲਰ ਹੈ ਕਿ ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਏਗੀ। ਉਹਨਾਂ ਨੇ ਇਹ ਟਵੀਟ ਕੀਤਾ ਜੱਜਮੈਂਟ ਤੋਂ ਬਾਅਦ। ਸੋ ਇਹ ਸਾਰੀ ਗੱਲਬਾਤ ਨੂੰ ਅਸੀਂ ਇਸ ਤਰ੍ਹਾਂ ਲੈ ਰਹੇ ਹਾਂ ਕਿ ਜਿਹੜੀ ਸਾਰੀ ਸ਼ਕਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਲੱਗੀ ਹੋਈ ਸੀ ਤੇ ਉਹਨਾਂ ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਐਕਟਿਵ ਸਨ ਕਿ ਰਾਹੁਲ ਗਾਂਧੀ ਨੂੰ ਕਿਵੇਂ ਸਿਆਸਤ ਵਿੱਚੋਂ ਬਾਹਰ ਰੱਖਿਆ ਜਾਏ। ਉਹਦੀ ਫਿਟਕਾਰ ਉਹਨਾਂ ਨੂੰ ਸੁਪਰੀਮ ਕੋਰਟ ਨੇ ਮਾਰੀ ਹੈ। ਅਗਰ ਸੁਪਰੀਮ ਕੋਰਟ ਰਾਹੁਲ ਗਾਂਧੀ ਦੀ ਕਨਵਿਕਸ਼ਨ ਨੂੰ ਬਰਕਰਾਰ ਰੱਖਦੀ ਤਾਂ ਰਾਹੁਲ ਗਾਂਧੀ 2 ਸਾਲ ਸਜ਼ਾ ਦੇ ਤੇ 6 ਸਾਲ ਹੋਰ ਦੇਸ਼ ਦੀ ਕਿਸੇ ਵੀ ਇਲੈਕਸ਼ਨ ਵਿੱਚ ਕੈਂਡੀਡੇਟ ਨਹੀਂ ਸੀ ਬਣ ਸਕਦੇ। ਯਾਨੀ ਕਿ 8 ਸਾਲ ਲਈ ਉਹ ਜਿਹੜੀ ਡੈਮੋਕ੍ਰੈਟਿਕ ਵੋਟ ਦੀ ਪੋਲਿਟਿਕਸ ਹੈ ਉਸ 'ਚੋਂ ਬਾਹਰ ਹੋ ਜਾਂਦੇ। ਯਾਨੀ ਕਿ ਉਹਨਾਂ ਨੂੰ 2031 ਤੱਕ ਉਹਨਾਂ ਨੂੰ ਪਾਰਲੀਮੈਂਟ ਤੋਂ, ਅਸੈਂਬਲੀਆਂ ਤੋਂ, ਦੇਸ਼ ਦੀ ਸਿਆਸਤ ਤੋਂ ਬਾਹਰ ਰੱਖਣ ਦੀ ਜੋ ਕੌਨਸਪੀਰੇਸੀ ਕੀਤੀ ਗਈ ਸੀ, ਉਹ ਸੁਪਰੀਮ ਕੋਰਟ ਨੇ ਉਸ ਨੂੰ ਇੱਕ ਫੈਸਲੇ ਨਾਲ ਠੁੱਸ ਕਰਤਾ, ਜਿਸ ਕਰਕੇ ਕਿ ਬੀਜੇਪੀ, RSS ਅਤੇ ਹੋਰ ਜੋ ਇਹਨਾਂ ਦੀਆਂ ਆਰਗੇਨਾਈਜੇਸ਼ਨ ਹਨ, ਉਹਨਾਂ ਦੇ ਮੈਂਬਰਾਂ 'ਚ, ਐਕਟਿਵਿਸਟਾਂ 'ਚ ਇੱਕ ਉਦਾਸੀ ਦੀ ਵੀ ਲਹਿਰ ਹੈ। ਔਰ ਸਾਨੂੰ ਦਾਦ ਦੇਣੀ ਪਏਗੀ ਇਸ 3 ਮੈਂਬਰੀ ਬੈਂਚ ਦੀ ਕਿ ਉਹਨਾਂ ਨੇ ਗੋਇਲ ਜੀ, ਜਸਟਿਸ ਗੋਇਲ ਜੀ ਨੇ ਕਿੰਨੀ ਜੁਰਤ ਦਿਖਾਈ ਕਿ ਇਹ ਸਾਰੇ ਪ੍ਰੈਸ਼ਰ ਬਰਦਾਸ਼ਤ ਕਰਕੇ ਉਹਨਾਂ ਨੇ ਬਿਲਕੁਲ ਇੱਕ ਕਾਨੂੰਨੀ ਯਾਨੀ ਕਿ ਨਿਯਮਾਂ ਅਧੀਨ, ਦੇਸ਼ ਦੇ ਕਾਨੂੰਨ ਅਧੀਨ ਇੱਕ ਜੱਜਮੈਂਟ ਦਿੱਤੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ 'ਤੇ ਪ੍ਰੈਸ਼ਰ ਨਹੀਂ ਹੋਏਗਾ, ਕਿਉਂਕਿ ਮੋਦੀ ਸਰਕਾਰ ਤਾਂ ਹਰ ਕਿਸੇ ਨੂੰ ਪੂਰੇ ਦਬਾਅ ਨਾਲ ਆਪਣਾ ਕੰਮ ਕਰਵਾਉਣ ਲਈ ਕੁਛ ਨਾ ਕੁਛ ਤਰੀਕੇ ਵਰਤਦੀ ਰਹਿੰਦੀ ਹੈ। ਸੋ ਇਹ ਜਸਟਿਸ ਗੋਗੋਈ ਦਾ ਜੋ ਬੈਂਚ ਹੈ, ਜਿਸ ਵਿੱਚ ਜਸਟਿਸ PS ਨਰਸਿਮਹਾ ਅਤੇ ਜਸਟਿਸ ਸੰਜੇ ਕੁਮਾਰ ਹੈ, ਇਹਨਾਂ 3 ਜੱਜਾਂ ਦੀ ਯੂਨਾਨੀਮਸ ਜੋ ਜੱਜਮੈਂਟ ਹੈ, ਆਰਡਰ ਹੈ ਸਰਬਸਹਿਮਤੀ ਨਾਲ, ਇਸ ਦਾ ਦੇਸ਼ ਦੇ ਹਰ ਕੋਨੇ ਵਿੱਚੋਂ ਸਵਾਗਤ ਹੋਇਆ। ਚਾਹੇ ਕੋਈ ਬੀਜੇਪੀ ਦੇ ਵਿਰੁੱਧ ਹੈ, ਉਹਦੀ ਕੋਈ ਪਾਰਟੀ ਹੈ, ਉਹਦਾ ਕੋਈ ਧਰਮ ਹੈ, ਸਭ ਨੇ ਇਸ ਦਾ ਵੈਲਕਮ ਕੀਤਾ ਅਤੇ ਲੀਡਰਾਂ ਨੇ ਕਿਹਾ ਕਿ ਦੇਸ਼ ਦੀ ਡੈਮੋਕ੍ਰੇਸੀ ਜਿਹੜੀ ਹੈ ਉਸ ਦਾ ਇੱਕ ਪਹਿਲੀ ਵਾਰੀ ਇਸ ਤਰ੍ਹਾਂ ਬਚਾਅ ਹੋਇਆ। ਸੋ ਇਹ ਜੋ ਅਸੀਂ ਤੁਹਾਡੇ ਨਾਲ
ਗੱਲਬਾਤ ਕੀਤੀ ਹੈ, ਚਰਚਾ ਕੀਤੀ ਹੈ। ਇਸ ਨੂੰ ਖਤਮ ਕਰਨ ਤੋਂ ਪਹਿਲੇ ਮੈਂ ਅਸ਼ੋਕ ਵਾਨਖੇੜੇ ਦੀ ਜੋ ਕੀਤੀ ਹੋਈ ਟਿੱਪਣੀ ਹੈ ਉਹਨੂੰ ਮੁੜ ਰਿਪੀਟ ਕਰਦਾ ਕਿ ਇਹ ਜੁਡੀਸ਼ੀਅਲ ਕੌਨਸਪੀਰੇਸੀ ਸੀ ਰਾਹੁਲ ਗਾਂਧੀ ਦੇ ਅਗੇਂਸਟ, ਜਿਹੜੀ ਕਿ ਸੁਪਰੀਮ ਕੋਰਟ ਦੀ 3 ਮੈਂਬਰੀ ਬੈਂਚ ਜਿਸ ਦੇ ਮੁਖੀ BR ਗਵਈ ਸੀ, ਉਹਨਾਂ ਨੇ ਫੇਲ ਕਰ ਦਿੱਤੀ ਹੈ। ਇਹ ਚਰਚਾ ਨੂੰ ਇੱਥੇ ਖਤਮ ਕਰਦੇ ਹਾਂ। ਉਮੀਦ ਕਰਦੇ ਹਾਂ ਇਹ ਚਰਚਾ ਤੁਹਾਨੂੰ ਪਸੰਦ ਆਏਗੀ। ਸਤਿ ਸ੍ਰੀ ਅਕਾਲ।